अस्सलाम वालेकुम, खुश आमदेद। आप देख रहे हैं बिज़नेस स्कूल यूट्यूब चैनल और मैं हूं मंज़र वकास। कुछ नई मशीनरी लॉन्च कर रहे हैं आप हज़रात के लिए, जो कि आपको नया बिज़नेस शुरू करने में बहुत ही मददफुल साबित होगी, हेल्पफुल साबित होगी। बहुत कम रेट है और काम क्या करती है ये बाद में बताएंगे, लेकिन आज का वीडियो मशीनरी को लेकर नहीं है। आज बेसिकली मुझे आपसे बात करनी है, बल्कि मैं पंजाबी में आता हूँ। ਪੰਜਾਬੀ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਬੇਸਿਕਲੀ ਅੱਜ ਅਸੀਂ ਗੱਲ ਕਰਾਂਗੇ ਕਰੋਨਾ ਵਾਇਰਸ ਤੋਂ ਬਚਣ ਦੇ ਤਦਾਬੀਰ ਤੇ। ਪੰਜਾਬੀ ਵਿੱਚ ਇਸ ਲਈ ਕਰ ਰਹੇ ਹਾਂ ਕਿ ਉਰਦੂ ਵਿੱਚ ਬਹੁਤ ਸਾਰੇ ਲੋਕ ਆਲਰੇਡੀ ਕਰਕੇ ਲੋਕਾਂ ਨੂੰ ਦੱਸ ਚੁੱਕੇ ਨੇ। ਕੁਝ ਲੋਕ ਹੈ ਨੇ ਜਿਨ੍ਹਾਂ ਨੂੰ ਉਰਦੂ ਦੀ ਕੁਝ ਅੱਛੀ ਤਰ੍ਹਾਂ ਸਮਝ ਨਹੀਂ ਆਉਂਦੀ, ਤੇ ਮੇਰੀ ਕੋਸ਼ਿਸ਼ ਹੈ ਕਿ ਮੇਰਾ ਪੈਗਾਮ ਉਹਨਾਂ ਤੱਕ ਪਹੁੰਚੇ ਔਰ ਮੈਂ ਆਪਣਾ ਫਰਜ਼ ਵੀ ਇਸ ਮਾਦੇ ਜ਼ਰੂਰ ਅਦਾ ਕਰਾਂ। देखो, ये कोई इतनी खतरनाक और इतनी खौफनाक चीज़ है नहीं कि ये तो बहुत ज़्यादा डरिया जाए, लेकिन अगर ਅਸੀਂ एहतियात नहीं करांगे तो फिर बहुत ज़्यादा खौफनाक हो जाएगी। ਇੰਨੀ ਖੌਫਨਾਕ ਕਿ ਅਸੀਂ ਸੋਚ ਵੀ ਨਹੀਂ ਸਕਦੇ। ਇਟਲੀ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਹਨ ਉਹ ਡੇਲੀ ਬੇਸਿਸ ਤੇ ਮਰ ਰਹੇ ਨੇ, ਰੋਜ਼ਾਨਾ ਦੀ ਬੁਨਿਆਦ ਤੇ ਮਰ ਰਹੇ ਨੇ, ਸਿਰਫ ਇਸ ਬਿਮਾਰੀ ਦੀ ਵਜ੍ਹਾ ਤੋਂ। ਔਰ ਇਸ ਬਿਮਾਰੀ ਦੀ ਕੋਈ ਦਵਾਈ ਨਹੀਂ ਹੈ, ਇਸ ਦਾ ਸਿਰਫ ਔਰ ਸਿਰਫ ਇੱਕ ਹੀ ਇਲਾਜ ਹੈ ਔਰ ਉਹ ਹੈ एहतियात। एहतियात ਕੀ ਹੈ? ਬਹੁਤ ਸਾਰੇ ਡਾਕਟਰਸ ਦੱਸ ਰਹੇ ਨੇ, ਤੁਸੀਂ ਟੀਵੀ ਤੇ ਵੀ ਦੇਖ ਰਹੇ ਹੋਗੇ। ਸਭ ਤੋਂ ਪਹਿਲਾਂ एहतियात ਹੈ ਕਿ ਸਰ ਕਿਸੇ ਨਾਲ ਮੇਲ ਜੋਲ ਨਾ ਰੱਖੋ, ਕਿਸੇ ਨਾਲ ਸਲਾਮ ਜਿਹੜਾ ਹੈ ਹੱਥ ਨਾਲ ਨਾ ਲਓ, ਜਿਹਨੇ ਲੈਣਾ ਮੂੰਹ ਨਾਲ ਲਓ, ਕਿਸੇ ਨਾਲ ਗਲੇ ਨਾ ਮਿਲੋ, ਜੱਫੀ ਨਾ ਪਾਓ, ਠੀਕ ਹੈ। ਕਿਸੇ ਵੀ ਸ਼ਾਦੀ ਵਿਆਹ ਖੁਸ਼ੀ ਗਮੀ ਤੇ ਕੋਸ਼ਿਸ਼ ਕਰੋ ਕਿ ਨਾ ਜਾਓ। ਇੱਕ ਕੋਈ ਐਮਰਜੈਂਸੀ ਹੈ ਉਹ ਇੱਕ ਅਲੱਗ ਗੱਲ ਹੈ, ਲੇਕਿਨ ਆਮ ਜਿਹੜੇ ਆਪਣੇ ਖਤਮ ਦਰੂਦ ਹੁੰਦੇ ਨੇ 7 ਚਾਲੀਸਵਾਂ ਚੰਦ ਦਿਨ ਜਿਹੜਾ ਹੈ 15 ਦਿਨ ਦਾ ਕਹਿ ਰਹੇ ਨੇ ਕਿ ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਜਗ੍ਹਾ ਤੇ ਨਾ ਜਾਓ ਜਿੱਥੇ ਜ਼ਿਆਦਾ ਲੋਕ ਇਕੱਠੇ ਹੋ ਰਹੇ ਨੇ। ਸ਼ਾਦੀਆਂ ਤੇ ਨਾ ਜਾਓ, ਵਲੀਮਿਆਂ ਤੇ ਨਾ ਜਾਓ, ਮਹਿੰਦੀਆਂ ਤੇ ਨਾ ਜਾਓ, ਮਾਰਕੀਟ 'ਚ ਨਾ ਜਾਓ, ਬਾਜ਼ਾਰ ਨਾ ਜਾਓ, ਮੰਡੀ ਨਾ ਜਾਓ। ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਘਰ ਰਹੋ ਔਰ ਬਾਰ-ਬਾਰ ਹਰ ਅੱਧੇ ਘੰਟੇ ਬਾਅਦ ਆਪਣੇ ਹੱਥ ਸਾਬਣ ਨਾਲ ਅੱਛੀ ਤਰ੍ਹਾਂ ਧੋ ਲਓ, ਤਾਂ ਕਿ ਉਹਦੇ 'ਚ ਜਿਹੜਾ ਵੀ ਜਰਾਸੀਮ ਅਗਰ ਆ ਵੀ ਗਿਆ ਖੁਦਾ ਨਾ ਖਾਸਤਾ ਤੇ ਉਹ ਸਾਫ਼ ਹੋ ਜਾਏ, ਠੀਕ ਹੈ। ਅਗਰ ਇੱਕ ਬੰਦੇ ਨੇ ਬਾਹਰ ਜਾਣਾ ਤਾਂ ਹੈ ਹੀ ਹੈ, ਕਿਸੇ ਨੇ ਸਬਜ਼ੀ ਲੈਣ ਜਾਣਾ ਹੀ ਹੈ, ਕਿਸੇ ਨੇ ਸੌਦਾ ਸਰਫ ਲੈਣ ਜਾਣਾ ਹੀ ਹੈ, ਉਹਦੇ ਤੋਂ ਬਗੈਰ ਗੁਜ਼ਾਰਾ ਨਹੀਂ ਹੈ, ਤੇ ਉਹ ਸਿਰਫ ਇੱਕ ਬੰਦਾ ਘਰ ਦਾ ਰੱਖ ਲਓ, ਕੋਈ ਵੀ, ਠੀਕ ਹੈ। ਔਰ ਉਹ ਵੀ ਨੌਜਵਾਨ ਹੋਵੇ। ਬਜ਼ੁਰਗਾਂ ਨੂੰ ਬਾਹਰ ਹਰਗਿਜ਼ ਨਾ ਕੱਢੋ, ਕਿਉਂਕਿ ਬਜ਼ੁਰਗਾਂ ਤੇ ਹਮਲਾਵਰ ਤਾਂ ਸਾਰਿਆਂ 'ਤੇ ਹੀ ਹੁੰਦਾ, ਲੇਕਿਨ ਜ਼ਿਆਦਾ ਨੁਕਸਾਨ ਬਜ਼ੁਰਗਾਂ ਔਰ ਬੱਚਿਆਂ ਨੂੰ ਪਹੁੰਚ ਜਾਂਦਾ। ਕੋਸ਼ਿਸ਼ ਕਰੋ ਕਿ ਇੱਕ ਨੌਜਵਾਨ ਬੰਦਾ ਜਿਹੜਾ ਡੇਲੀ ਬੇਸਿਸ 'ਤੇ ਬਾਹਰ ਸਮਾਨ ਲੈਣ ਜਾਵੇ, ਡੇਲੀ ਦਾ ਵੀ ਨਾ ਜਾਵੇ, ਉਹ ਹਫਤੇ ਦਾ 3-4 ਦਿਨ ਦਾ ਸਮਾਨ ਲੈ ਆਵੇ, ਘਰ ਲਿਆ ਕੇ ਉਹਨੂੰ ਰੱਖ ਦਿਓ। ਉਹ ਬੰਦਾ ਆ ਕੇ ਆਪਣੇ ਹੱਥ ਧੋਵੇ, ਕੋਸ਼ਿਸ਼ ਕਰੋ ਨਾ ਲਵੇ। ਨਹਾਉਣ ਤੋਂ ਬਾਅਦ ਉਹ ਜਿਹੜਾ ਸਮਾਨ ਲਿਆਂਦਾ ਉਹਨੂੰ ਬਾਹਰ ਧੁੱਪ 'ਤੇ ਰੱਖ ਦਿਓ, 12 ਘੰਟੇ ਤਕਰੀਬਨ ਉਹਨੂੰ ਪਿਆ ਰਹਿਣ ਦਿਓ, ਤਾਂ ਕਿ ਉਹਦੇ ਉੱਤੇ ਅਗਰ ਲੱਗਿਆ ਵੀ ਹੈ ਵਾਇਰਸ ਤੇ ਉਹ 12 ਘੰਟੇ ਬਾਅਦ ਖਤਮ ਹੋ ਜਾਂਦਾ ਆਟੋਮੈਟਿਕਲੀ। 12 ਘੰਟੇ ਉਹਨੂੰ ਰੱਖ ਦਿਓ, ਉਸ ਤੋਂ ਬਾਅਦ ਉਹਨੂੰ ਲਿਆ ਕੇ ਇਸਤੇਮਾਲ ਕਰੋ। ਇਹੀ ਕਿ ਆਪਾਂ ਕਰ ਸਕਦੇ ਹਾਂ। ਬਾਕੀ ਜ਼ਿੰਦਗੀ ਮੌਤ ਅੱਲਾ ਦੇ ਹੱਥ ਹੈ, ਲੇਕਿਨ एहतियात ਜ਼ਰੂਰੀ ਹੈ। ਇਹ ਨਹੀਂ ਕਿ ਆਪਾਂ ਸੜਕ 'ਤੇ ਗੱਡੀ ਦੇ ਸਾਹਮਣੇ ਆ ਕੇ ਖੜੇ ਹੋ ਜਾਈਏ ਜਾਂ ਟ੍ਰੇਨ ਦੀ ਪਟੜੀ 'ਤੇ ਜਾ ਕੇ ਖੜੇ ਹੋ ਜਾਈਏ ਔਰ ਕਹੀਏ ਕਿ ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ ਹੈ, ਅਗਰ ਮੌਤ ਲਿਖੀ ਹੋਗੀ ਤਾਂ ਆਏਗੀ, ਨਹੀਂ ਲਿਖੀ ਹੋਗੀ ਤਾਂ ਨਹੀਂ ਆਏਗੀ। ਇਹਦੇ ਵਿੱਚ ਇਹ ਚੀਜ਼ ਹੈ, ਅਗਰ ਅਸੀਂ एहतियात ਨਹੀਂ ਕਰਾਂਗੇ, ਜਿਹੜਾ ਸਾਡਾ ਫਿਲ ਵਕਤ ਤੱਕ 400 ਪਲੱਸ ਲੋਕ ਹੋ ਚੁੱਕੇ ਨੇ, ਇਹਦੇ ਨਾਲ ਅਫੈਕਟਡ ਹੋ ਚੁੱਕੇ ਨੇ, ਬਿਮਾਰ ਹੋ ਚੁੱਕੇ ਨੇ, ਲੇਕਿਨ ਸਾਨੂੰ ਫਿਰ ਵੀ ਕੋਈ ਪਰਵਾਹ ਨਹੀਂ। ਜਦੋਂ ਪਾਣੀ ਸਿਰ ਤੋਂ ਲੰਘ ਜਾਏਗਾ ਫਿਰ ਅਸੀਂ ਸੋਚਾਂਗੇ ਕਿ ਇਹਦੇ ਬਾਰੇ ਕੀ ਕਰਨਾ। ਲਿਹਾਜ਼ਾ ਕੋਸ਼ਿਸ਼ ਕਰੋ, ਵਾਸਤਾ ਹੈ ਤੁਹਾਨੂੰ ਕਿ ਯਾਰ ਨਾ ਨਿਕਲੋ ਬਾਹਰ, ਨਾ ਲੋਕਾਂ ਨਾਲ ਸਲਾਮ ਦੁਆ ਲਓ, ਔਰ ਅਗਰ ਕੋਈ ਤੁਹਾਡੇ ਨਾਲ ਸਲਾਮ ਨਹੀਂ, ਤੁਸੀਂ ਸਲਾਮ ਲੈਂਦੇ ਹੋ ਕੋਈ ਨਹੀਂ ਲੈਂਦਾ, ਤਾਂ ਉਹਦੇ ਨਾਲ ਨਾਰਾਜ਼ ਹੋਣ ਦੀ ਬਜਾਏ ਇਸ ਚੀਜ਼ ਨੂੰ ਖੁਦ ਵੀ ਸਮਝੋ ਔਰ ਅੱਗੇ ਲੋਕਾਂ ਤੱਕ ਵੀ ਫੈਲਾਓ, ਤਾਂ ਕਿ ਇਹ ਬਿਮਾਰੀ ਜਿਹੜੀ ਹੈ ਇੱਥੇ ਹੀ ਕਵਰ ਹੋ ਜਾਏ। ਕੋਈ ਇਹਦੀ ਦਵਾਈ ਹਾਲੇ ਤੱਕ ਨਹੀਂ ਬਣੀ, ਕੋਈ ਦਵਾਈ ਨਹੀਂ ਬਣੀ, ਸਿਰਫ एहतियात ਹੈ। एहतियात ਕਰ ਲਓ ਤੇ ਮੇਰਾ ਖਿਆਲ ਹੈ ਕਿ ਇਹਦੇ ਤੋਂ ਵੱਡੀ ਕੋਈ ਚੰਗੀ ਗੱਲ ਹੈ ਹੀ ਨਹੀਂ। ਦੂਸਰਿਆਂ ਨੂੰ ਵੀ ਸਮਝਾਓ, ਖੁਦ ਵੀ ਇਹਦੇ 'ਤੇ ਅਮਲ ਕਰੋ, ਹੱਥ ਬਾਰ-ਬਾਰ ਧੋਵੋ, ਲੋਕਾਂ ਨਾਲ ਮੇਲ ਜੋਲ ਕੰਮ ਕਰੋ, ਬਾਹਰ ਨਿਕਲਣਾ ਬਿਲਕੁਲ ਬੰਦ ਕਰ ਦਿਓ। ਬਹੁਤ ਜ਼ਿਆਦਾ ਮਜਬੂਰੀ ਵੀ ਹੈ ਤਾਂ ਫਿਰ ਵੀ ਕੋਸ਼ਿਸ਼ ਕਰੋ ਕਿ ਮਾਸਕ ਵਗੈਰਾ ਪਾ ਕੇ ਔਰ ਮੁਕੰਮਲ ਲਿਬਾਸ ਪਾ ਕੇ ਜਾਓ, ਔਰ ਕਿਸੇ ਨਾਲ ਲੋਕਾਂ ਨਾਲ ਸਲਾਮ ਦੁਆ ਨਾ ਕਰੋ, ਮੂੰਹ ਨਾਲ ਕਰੋ। ਇਬਾਦਤ ਵੀ ਜਿਹੜੀਆਂ ਨੇ ਕੋਸ਼ਿਸ਼ ਕਰੋ ਕਿ ਰਾਜ ਕਰੋ। ਅੱਜ 27 ਰਜਬ ਹੈ ਔਰ ਬਹੁਤ ਸਾਰੇ ਲੋਕ ਮਸਜਿਦਾਂ 'ਚ ਅੱਜ ਇਕੱਠੇ ਹੋਣ ਦੀ ਪਲਾਨਿੰਗ ਕਰ ਰਹੇ ਹੋਣਗੇ, ਤਾਂ ਗੌਰਮੈਂਟ ਨੇ ਵੀ ਇਹ ਕਿਹਾ ਔਰ ਮੈਂ ਵੀ ਤੁਹਾਨੂੰ ਰਿਕੁਐਸਟ ਕਰ ਰਿਹਾ ਔਰ ਤੁਹਾਨੂੰ ਖੁਦ ਵੀ ਇਹ ਸੋਚਣਾ ਚਾਹੀਦਾ, ਠੀਕ ਹੈ ਯਾਰ, ਇਬਾਦਤ ਆਪਾਂ ਰੱਬ ਦੀ ਕਰਨੀ ਹੈ ਔਰ ਉਹ ਆਪਾਂ ਘਰ ਕਰੀਏ ਤਾਂ ਬਹੁਤ ਜ਼ਿਆਦਾ ਬਿਹਤਰ ਹੋਏਗਾ, ਬਜਾਏ ਇਸ ਦੇ ਕਿ ਆਪਾਂ ਮਸਜਿਦ ਜਾਈਏ, ਆਪਣੀ ਵਜ੍ਹਾ ਤੋਂ ਕਿਸੇ ਹੋਰ ਨੂੰ ਵੀ ਨੁਕਸਾਨ ਪਹੁੰਚੇ ਜਾਂ ਕਿਸੇ ਦੀ ਵਜ੍ਹਾ ਤੋਂ ਆਪਾਂ ਨੂੰ ਨੁਕਸਾਨ ਪਹੁੰਚੇ ਇਬਾਦਤ ਕਰਦੇ ਕਰਦੇ। ਇਹ ਵੀ ਬਹੁਤ ਗਲਤ ਗੱਲ ਹੈ। ਤੇ ਉਮੀਦ ਕਰਦਾ ਤੁਸੀਂ ਮੇਰੇ ਇਸ ਗੱਲ 'ਤੇ ਅਮਲ ਕਰੋਗੇ। ਮਿਲਦੇ ਹਾਂ ਫਿਰ ਕਿਸੇ ਨੈਕਸਟ ਵੀਡੀਓ ਬਿਜ਼ਨਸ ਆਈਡੀਆ 'ਚ। ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਅੱਲਾ ਤੁਹਾਨੂੰ ਸਲਾਮਤ ਰੱਖੇ, ਖੁਸ਼ ਰੱਖੇ, ਆਬਾਦ ਰੱਖੇ। ਅੱਲਾ ਹਾਫਿਜ਼।